ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਰਰ USA TV। ਮੈਂ ਹਾਂ ਮੋਹਿਤ ਰੂਬਲ। ਮੈਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ, ਜਿੱਥੇ ਵੱਖਰੀਆਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਅਸੀਂ ਕਰਦੇ ਹਾਂ ਗੱਲਬਾਤ। ਸੋ ਖੈਰ ਸਾਹਿਬ, ਗੱਲਬਾਤ ਉਹੀ ਹੈ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਕਰ ਰਹੇ ਹਾਂ ਤੇ ਜੋ ਕਿਸਾਨ ਵੀ ਕਰ ਰਹੇ ਨੇ। ਅਫਸੋਸ ਵਾਲੀ ਗੱਲ ਹੈ ਕਿ ਹਾਂ ਵੀ ਕਿਸਾਨਾਂ ਨੂੰ ਕੋਈ ਨਹੀਂ ਸੁਣ ਰਿਹਾ। ਸਾਨੂੰ ਚਲੋ ਸਾਡੇ ਦਰਸ਼ਕ ਨੇ, ਦੇਖਦੇ ਨੇ, ਸੁਣਦੇ ਨੇ, ਕਮੈਂਟ ਵੀ ਕਰਦੇ ਨੇ, ਪਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਜੋ ਕਾਫੀ ਲੰਮੇ ਸਮੇਂ ਤੋਂ ਆਪਣੀ ਜਿਹੜੀ ਹੱਕ ਸੱਚ ਦੀ ਜਿਹੜੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਕੇਂਦਰ ਸਰਕਾਰ ਜਿਹੜੀ ਹੈ ਉਹ ਸੁਣ ਨਹੀਂ ਰਹੀ। ਦੇਖੋ, ਇਹ ਗੱਲ ਕਹਿਣੀ ਬਹੁਤ ਗਲਤ ਗੱਲ ਆ ਕਿ ਕੇਂਦਰ ਸਰਕਾਰ ਸੁਣ ਨਹੀਂ ਰਹੀ। ਕੇਂਦਰ ਸਰਕਾਰ ਸੁਣਦੀ ਹੈ ਪਰ ਉਹ ਅਣਸੁਣਿਆ ਕਰ ਰਹੀ ਹੈ। ਜੇ ਦੇਖਿਆ ਜਾਵੇ ਤੇ ਹੁਣ ਕੇਂਦਰ ਸਰਕਾਰ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਬਣ ਗਿਆ ਸੀ ਇਨੀ ਦਿਨੀ, ਇਸ ਕਰਕੇ ਬੈਕ ਟੂ ਬੈਕ ਮੀਟਿੰਗਾਂ ਹੋਈਆਂ। ਕੱਲ ਅਸੀਂ ਗੱਲ ਵੀ ਕੀਤੀ ਕਿ ਉਹਨਾਂ ਨੇ ਐਮਰਜੈਂਸੀ ਮੀਟਿੰਗ ਬੁਲਾ ਲਈ ਹੈ, ਜਿਹਦੇ ਵਿੱਚ ਉਹਨਾਂ ਨੇ ਇੱਕ ਵੱਡੀ ਕਿਸਾਨ ਜਥੇਬੰਦੀ ਜਿਹੜੀ PKU ਹੈ, ਜਿਹੜੇ ਉਗਰਾਹਾਂ ਹੋਣੀ ਹੈ, ਮਨਜੀਤ ਸਿੰਘ ਉਗਰਾਹਾਂ ਹੋਣੀ, ਉਹਨਾਂ ਨੂੰ ਨਹੀਂ ਸੱਦਿਆ ਉਹਨਾਂ ਦੇ ਵਿੱਚ। ਔਰ ਇਹ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਜਾਣਬੁੱਝ ਕੇ ਡੈਲੀਬਰੇਟ ਜਿਹੜਾ ਐਫਰਟ ਸੀਗਾ ਉਹ ਸੀਗਾ। ਸੋ ਅਸੀਂ ਬੜੀ ਉਮੀਦ ਨਾਲ ਗਏ ਸੀ, ਗੱਲਾਂ ਕਰਦੇ ਗਏ ਸੀਗੇ ਕਿ ਸ਼ਾਇਦ ਚਲੋ 7 ਵਜੇ ਤੋਂ ਬਾਅਦ ਸਾਡੇ ਲਈ ਇੱਕ ਚੰਗੀ ਖਬਰ ਆ ਜਾਵੇ। ਤੇ ਮੈਂ ਜਿੱਦਾਂ ਹੀ ਘਰ ਪਹੁੰਚਿਆ 8:30 ਸਵਾ 8 ਤੇ ਪਤਾ ਚੱਲਿਆ ਕਿ ਉਹ ਨਿਊਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਪਤਾ ਲੱਗ ਗਿਆ ਕਿ ਉਹ ਗੱਲ ਜਿਹੜੀ ਆ ਕਿਤੇ ਸਿਰੇ ਨਹੀਂ ਚੜੀ। ਫਿਰ ਉੱਥੇ ਉਹੀ ਪੁਰਾਣੀਆਂ ਗੱਲਾਂ ਹੋਈਆਂ, ਸਭ ਕੁਝ ਉਹੀ ਹੋਇਆ ਤੇ ਉਹ ਜਿਹੜਾ ਹੈ ਕੋਈ ਸਿੱਟਾ ਨਹੀਂ ਨਿਕਲਿਆ। ਅਸੀਂ ਪਹਿਲਾਂ ਇਹ ਤੋਂ ਕਹਿ ਕੇ ਤੁਰੇ ਸੀਗੇ ਕਿ ਸ਼ਾਇਦ ਇਹਦੇ ਦੋ ਪੱਖ ਹੀ ਹੋ ਸਕਦੇ ਨੇ, ਕਿ ਸਾਨੂੰ ਵਿੱਚ ਲਖੋਰੀ ਤੋੜਿਆ ਜਾ ਸਕਦਾ ਆ, ਜਾਂ ਫਿਰ ਉਹਨਾਂ ਨੇ ਇਹ ਜਿਹੜੇ 12 ਮੈਂਬਰ ਜਾਂ ਬੁਲਾਏ ਸੀਗੇ, ਜਿਨ੍ਹਾਂ ਵਿੱਚੋਂ 9 ਜਿਹੜੀਆਂ ਸੀ ਪੰਜਾਬ ਦੀਆਂ ਜਥੇਬੰਦੀਆਂ ਸੀਗੀਆਂ, ਉਹ ਕਿਤੇ ਨਾ ਕਿਤੇ ਡਰ ਇਹ ਵੀ ਸੀਗਾ ਕਿ ਸ਼ਾਇਦ ਅਮਿਤ ਸ਼ਾਹ ਹੁਣੀ ਜਿਹੜੇ ਨੇ, ਜਦੋਂ ਆਪਾਂ BJP ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਦੋ ਹੀ ਡਿਸੀਜਨ ਮੇਕਰ ਨੇ। ਇੱਕ ਤਾਂ ਕਹਿੰਦੇ ਕਿ ਜਾਂ ਇਹ ਦੂਸਰੀ ਬੰਨੇ ਇਹ ਕਹਿ ਲਓ ਕਿ ਦੋ ਬੰਦੇ ਨੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਜਿਹੜਾ ਡਿਸੀਜਨ ਲੈਣ ਦਾ ਹੱਕ ਹੈ, ਉਹ ਹੈ ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਕਿਉਂਕਿ ਜਦੋਂ ਪਹਿਲੀ ਵਾਰੀ ਮੀਟਿੰਗਾਂ ਹੋਈਆਂ, ਜਦੋਂ ਉਹਨਾਂ ਨੇ ਇਹ ਮੰਨਣਾ ਸ਼ੁਰੂ ਕਰ ਦਿੱਤਾ ਕਿ ਹਾਂ ਜੇ ਕੋਈ ਪ੍ਰੋਬਲਮ ਹੈਗੀ ਆ ਤੇ ਅਸੀਂ ਹੁਣੇ ਤੁਹਾਡਾ ਮਸਲਾ ਹੱਲ ਨਹੀਂ ਕਰ ਸਕਦੇ, ਨਹੀਂ ਤੇ ਹੋਣਾ ਇਦਾਂ ਚਾਹੀਦਾ ਜਿਵੇਂ ਬਾਕੀ ਮੁਲਕਾਂ 'ਚ ਹੁੰਦਾ ਕਿ ਜੇ ਮੇਰੀ ਸਪੈਸ਼ਲਿਟੀ ਜਿਹੜੀ ਕਿਸਾਨ ਦਾ ਮੁੱਦਾ ਹੈ, ਜੇ ਮੈਂ ਨਰਿੰਦਰ ਸਿੰਘ ਤੋਮਰ ਦੀ ਗੱਲ ਕਰਾਂ ਕਿ ਜੇ ਮੈਨੂੰ ਮੰਤਰੀ ਬਣਾਇਆ ਗਿਆ ਤਾਂ ਮੈਂ ਸਾਹਮਣੇ ਉਸੇ ਟਾਈਮ ਡਿਸੀਜਨ ਲੈਣ 'ਚ ਅਥਾਰਟੀ ਹੋਵੇ। ਮੇਰੇ ਕੋਲ ਇੱਕ ਪੂਰਾ ਮੰਤਰਾਲਾ ਆ, ਮੈਂ ਆਪਣੇ ਮੰਤਰੀਆਂ ਦੇ ਨਾਲ ਗੱਲਬਾਤ ਕਰਾਂ, ਉਸ ਤੋਂ ਬਾਅਦ ਮੇਰੇ ਕੋਲ ਇੱਕ ਅਥਾਰਟੀ ਹੋਵੇ ਕਿ ਮੈਂ ਡਿਸੀਜਨ ਜਿਹੜਾ ਹੈ ਉਹ ਲੈ ਸਕਾਂ। ਪਰ ਇੱਥੇ ਡਿਸੀਜਨ ਜਿਹੜਾ ਹੈ ਉਹ ਨਹੀਂ ਲੈ ਸਕਦੇ ਸੀਗੇ। ਸਰ ਬੇਸਿਕਲੀ ਇਹ ਨਾ ਕਠਪੁਤਲੀ ਇਹ ਜਿਹਨਾਂ ਦੀ ਜਿਹੜੀ ਕਮਾਂਡ ਹੈ ਉਹ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਿੱਚ ਹੀ ਹੈ। ਉਮੀਦ ਇਹੀ ਕਰ ਰਹੇ ਸੀਗੇ ਕਿ ਹਾਂ ਵੀ ਜਿਹੜੀ ਕੱਲ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ ਉਹਦੇ ਵਿੱਚ ਕੋਈ ਚੰਗਾ ਸਿੱਟਾ ਸਾਹਮਣੇ ਆਉਂਦਾ, ਪਰ ਕੋਈ ਨਹੀਂ ਆਇਆ, ਜਿਸ ਦੇ ਕਰਕੇ ਅੱਜ ਕਿਸਾਨਾਂ ਨੇ ਵੀ ਜਿਹੜਾ ਆਪਣਾ ਰੋਸ ਹੈ ਉਸ ਨੂੰ ਥੋੜਾ ਹੋਰ, ਮੈਂ ਕਹਾਂ ਕਿ ਜਿਹੜਾ ਰੋਸ ਉਹਨਾਂ ਦਾ ਹੋਰ ਵਧਿਆ। ਇਹੋ ਕਾਰਨ ਹੈ ਕਿ ਜਿਹੜਾ ਅੱਜ ਦਾ ਜਿਹੜੀ ਮੀਟਿੰਗ ਹੋਣੀ ਸੀਗੀ ਉਹਨਾਂ ਵਿੱਚ ਉਹਨਾਂ ਨੇ ਨਾ ਜਾਣ ਦਾ ਫੈਸਲਾ ਕੀਤਾ। ਦੇਖੋ, ਪਹਿਲਾਂ ਤਾਂ ਇੱਥੇ ਕੱਲ੍ਹ ਵਾਲੀ ਜਿਹੜੀ ਗੱਲ ਹੈ ਨਾ, ਉਹਨੂੰ ਪੂਰੇ ਤਰ੍ਹਾਂ ਦੇਖਣ ਦੀ ਬਹੁਤ ਲੋੜ ਹੈ। ਪਹਿਲਾਂ ਤਾਂ ਥੋੜੇ ਲੋਕ ਸੱਦੇ ਗਏ, ਇੱਕ ਅਸੀਂ ਇਹ ਮੰਨ ਸਕਦੇ ਹਾਂ ਕਿ ਉਹ ਤੋੜਨਾ ਚਾਹੁੰਦੇ ਸੀਗੇ। ਦੂਸਰੀ ਗੱਲ, ਪਹਿਲਾਂ ਵੈਨਿਊ ਕੀ ਸੀਗਾ ਮੀਟਿੰਗ ਦਾ? ਜਿਹੜਾ ਵੈਨਿਊ ਸੀਗਾ ਉਹ ਅਮਿਤ ਸ਼ਾਹ ਦਾ ਘਰ ਸੀਗਾ। ਅੱਛਾ। ਫਿਰ ਉਹਨਾਂ ਨੇ ਆਈਕਾਰ ਜਿਹੜਾ ਇੰਸਟੀਚਿਊਟ ਹੈ ਜਿੱਥੇ ਰਿਸਰਚ ਐਂਡ ਟੈਕਨੋਲੋਜੀ ਹੁੰਦੀ ਹੈ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਆ ਜਿਹੜੀ, ਉਹਦੇ ਗੈਸਟ ਹਾਊਸ ਦੇ ਉੱਤੇ ਮੀਟਿੰਗ ਸੱਦ ਲਈ। ਸੋ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਇੱਕ ਗੱਲ ਸੀਗੀ ਕਿ ਭਾਈ ਅਸੀਂ ਗੱਲ ਤੇ ਉਹ ਕਰਨੀ ਨਹੀਂ ਜਿਹੜੀ ਇਹ ਗੱਲ ਕਰਨਾ ਹੋਏ, ਹੈ ਨਾ। ਅਸੀਂ ਗੱਲ ਕਰਨੀ ਆ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ। ਅਸੀਂ ਕਨਵਿੰਸ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਸਾਡੇ ਹੱਕ ਦੇ ਵਿੱਚ ਆ ਜਾਣ, ਕਿ ਅਸੀਂ ਸੋਧਾਂ ਦੇ ਉੱਤੇ ਆ ਗਏ ਹਾਂ। MSP ਨੂੰ ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਕਰ ਲਵਾਂਗੇ, ਪਰ ਅਸੀਂ ਅਜੇ ਤੱਕ ਉਹਨਾਂ ਨੇ ਇਹ ਨਹੀਂ ਸ਼ੋਰਿਟੀ ਨਹੀਂ ਦਿੱਤੀ ਕਿ ਅਸੀਂ ਕਾਨੂੰਨ ਬਣਾਵਾਂਗੇ। ਤਾਂ ਉਹ ਕਿਤੇ ਨਾ ਕਿਤੇ ਉਹਨਾਂ ਨੇ ਵੈਨਿਊ ਇਸ ਕਰਕੇ ਬਦਲਿਆ ਸੀ ਕਿ ਕਿਸਾਨ ਜਿਹੜੇ ਨੇ ਕਿਸੇ ਤਰੀਕੇ ਦੇ ਨਾਲ ਕੋਈ ਹੱਲਾ ਗੁੱਲਾ ਨਾ ਕਰ ਦੇਣ, ਸਾਡਾ ਘਰ ਜਿਹੜਾ ਹੈ ਉਹ ਖਰਾਬ ਨਾ ਹੋਵੇ, ਤੇ ਜਿਹੜਾ ਗੈਸਟ ਹਾਊਸ ਸੀਗਾ ਉਹ ਵੈਨਿਊ ਬਣਾਇਆ ਗਿਆ। ਸੋ ਉਹਨਾਂ ਦੇ ਮਨਸ਼ੇ ਸ਼ੁਰੂ ਤੋਂ ਕਲੀਅਰ ਨੇ। ਜੇ ਗੱਲ ਕਰੀਏ ਤਾਂ ਰਿਕੇਸ਼ ਟਕੈਤ ਹੋਣੀ ਜਿਹੜੇ ਨੇ, ਉਹ ਕਹਿੰਦੇ ਕਿ ਮੈਂ ਲਗਾਤਾਰ ਜਿਹੜਾ ਅਮਿਤ ਸ਼ਾਹ ਹੈ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਹਾਂ। ਸੋ ਗੱਲਬਾਤ ਦੇ ਵਿੱਚ ਨੇ, ਗੱਲਬਾਤ ਇਸੇ ਕਰਕੇ ਹੋ ਰਹੀ ਹੈ ਕਿ ਅਮਿਤ ਸ਼ਾਹ ਹੋਣਾ ਨੇ, ਆਪਾਂ ਕਹਿ ਲਈਏ ਕਿ ਜਿਹੜੇ ਆਪਾਂ ਜੇ BKU ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ BKU ਨੂੰ ਜਿਹੜਾ ਸੀਗਾ ਉਹਨਾਂ ਦੇ ਜਿਹੜਾ ਲੀਡਰ ਸੀ ਉਹਨੂੰ ਨਹੀਂ ਬੁਲਾਇਆ ਗਿਆ, ਉਹ ਡੈਲੀਬਰੇਟ ਐਫਰਟ ਸੀਗਾ। ਕਿਉਂਕਿ ਉਹਨਾਂ ਨੂੰ ਪਹਿਲਾਂ ਜਿਹੜਾ ਸੀ, ਜਦੋਂ ਕਿਸਾਨ ਸੰਘਰਸ਼ ਲਈ ਹੋਣਾ ਹੀ ਸੀਗਾ, ਪਹਿਲਾਂ 25-26 ਤੋਂ ਪਹਿਲਾਂ ਉਹਨਾਂ ਨੇ ਗੱਲਬਾਤ ਕੀਤੀ ਸੀ। ਅਮਿਤ ਸ਼ਾਹ ਉਹਨਾਂ ਨੇ ਪੱਟਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਕਿ ਇਨਫਾਰਮਲ ਮੀਟਿੰਗ ਕਰ ਲਓ, ਪਰ ਉਹਨਾਂ ਨੇ ਕਿਹਾ ਜੀ ਨਹੀਂ, ਇਨਫਾਰਮਲ ਮੀਟਿੰਗ ਤਾਂ ਹੋ ਹੀ ਨਹੀਂ ਸਕਦੀ, ਜੇ ਹੋਣੀ ਹੈ ਤੇ ਫਾਰਮਲ ਮੀਟਿੰਗ ਹੋਣੀ ਹੈ, ਪਾਰਦਰਸ਼ਤਾ ਦੇ ਨਾਲ ਮੀਟਿੰਗ ਹੋਣੀ ਹੈ, ਕਿਉਂਕਿ ਇਹ ਇਹਨਾਂ ਦਾ ਪੁਰਾਣਾ ਪੈਂਤਰਾ ਆ ਕਿ ਇਹ ਤੋੜ ਕੇ ਜਿਹੜਾ ਹੈ ਇਹ ਡਿਸੀਜਨ ਮੇਕ ਕਰ ਸਕਦੇ। ਖੈਰ ਸਾਹਿਬ, ਅਸੀਂ ਕੱਲ ਵੀ ਡਿਸਕਸ ਕਰ ਰਹੇ ਸੀਗੇ ਕਿ ਜਿਹੜੀ ਕੇਂਦਰ ਸਰਕਾਰ ਹੈ ਉਹਦੀ ਜਿਹੜੇ ਡਿਸੀਜਨ ਲੈ ਰਹੀ ਉਹ ਸਮਝ ਨਹੀਂ ਪਾ ਰਹੇ ਆਪਾਂ। ਇੱਕ ਤਾਂ ਐਮਰਜੈਂਸੀ ਮੀਟਿੰਗ ਸੱਦਦੇ ਆ, ਇੱਕ ਪੋਜ਼ਿਟਿਵ ਹੋਪ ਦਿੰਦੇ ਆ, ਦੂਜੇ ਪਾਸੇ ਅਸੀਂ ਕੱਲ ਵੀ ਗੱਲ ਕੀਤੀ ਸੀਗੀ ਕਿ ਹਾਂ ਵੀ ਜਿਹੜੇ ਬਾਰਡਰ, ਜਿਹੜਾ ਸਿੰਘੂ ਬਾਰਡਰ ਹੈ ਜਿੱਥੇ ਆਪਣੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ, ਉਸ ਨੂੰ ਆਲੇ ਦੁਆਲੇ ਰੈਗੂਲਰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਇੱਕ ਗੱਲ ਹੋਈ ਹੈ ਕਿ ਹਾਂ ਵੀ ਸਿੰਘੂ ਦੇ ਨਾਲ ਇੱਕ ਬਾਰਡਰ ਲੱਗਦਾ ਸੀਗਾ, ਜਿਸ ਨੂੰ ਪੂਰੀ ਚੰਗੀ ਤਰ੍ਹਾਂ ਘੇਰ ਦਿੱਤਾ ਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ, ਜਿਨ੍ਹਾਂ ਨੂੰ ਸਾਡੇ ਜਿਹੜੇ ਪੰਜਾਬੀ ਜਿਹੜੇ ਸਾਡੇ ਉੱਤੇ ਕਿਸਾਨ ਸੀਗੇ ਉਹਨਾਂ ਨੇ ਟਰੈਕਟਰਾਂ ਦੇ ਰਾਹੀਂ ਉਹਨਾਂ ਨੂੰ ਪਰੇ ਕਰ ਦਿੱਤਾ ਜੀ। ਦੇਖੋ, ਗੱਲ ਤਾਂ ਇਹਨਾਂ ਦੀ ਸ਼ੁਰੂ ਤੋਂ ਹੀ ਕਲੀਅਰ ਹੈਗੀ ਹੈ, ਜਿਹੜੀ ਆਪਾਂ ਗੱਲ ਕਹਿ ਲਈਏ ਕਿ ਇਹਨਾਂ ਦੀ ਗੱਲ ਸ਼ੁਰੂ ਤੋਂ ਬਹੁਤ ਕਲੀਅਰ ਆ।
ਉਹ ਗੱਲ ਇਸ ਤਰੀਕੇ ਨਾਲ ਕਲੀਅਰ ਆ ਕਿ ਇਹ ਚਾਹੁੰਦੇ ਨੇ ਕਿ ਜੋ ਅਸੀਂ ਕਹਿ ਲਈਏ ਉਹ ਚੋਂ ਦਵਾਲਾ ਰਸਤਾ ਨਿਕਲ ਆਵੇ, ਹੈ ਨਾ। ਦਵਾਲਾ ਰਸਤਾ ਇਹ ਕਿ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਐਮਐਸਪੀ ਨੂੰ ਤੁਸੀਂ ਛੇੜਿਆ ਨਹੀਂ, ਐਮਐਸਪੀ ਦੇ ਨਾਲ ਅਸੀਂ ਗੱਲ ਹੀ ਨਹੀਂ ਕੀਤੀ। ਦੂਸਰੇ ਬੰਨੇ ਜੇ ਅਸੀਂ ਕੰਟਰੈਕਟ ਖੇਤੀ ਦੀ ਗੱਲ ਕਰ ਲਈਏ ਤੇ ਅਸੀਂ ਕੰਟਰੈਕਟ ਖੇਤੀ ਦੀ ਤਾਂ ਉਹ ਤੁਹਾਡੀ ਜ਼ਮੀਨ ਦੀ ਥੋੜੀ ਗੱਲ ਕੀਤੀ ਹੈ, ਜ਼ਮੀਨ ਦੀ ਤਾਂ ਕੁਰਕੀ ਹੋ ਹੀ ਨਹੀਂ ਸਕਦੀ। ਦੇਖੋ ਇਹ ਇਦਾਂ ਦੇ ਜਿਹੜੇ ਨੇ ਆਪਾਂ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਸਾਨ ਜਿਹੜੇ ਨੇ ਉਹ ਪੋਲੀਟੀਕਲ ਪਾਰਟੀਆਂ ਵੱਲੋਂ ਗੁੰਮਰਾਹ ਨੇ, ਪਰ ਇਹਨਾਂ ਨੂੰ ਇਹ ਲੱਗਦਾ ਹੈ ਕਿ ਕਿਸਾਨ ਜਿਹੜੇ ਨੇ ਹੁਣ ਪੜ੍ਹ ਲਿਖ ਕੇ ਆ ਗਏ ਨੇ, ਸਭ ਕੁਝ ਕਰਕੇ ਆ ਗਏ ਨੇ, ਇਕੱਲੇ ਪੁਆਇੰਟ ਦੇ ਉੱਤੇ ਚਰਚਾ ਕਰਨ ਦੀ ਗੱਲ ਹੈ। ਸੋ ਅੱਜ ਜਿਹੜਾ ਆਪਾਂ ਮੈਂ ਰਾਕੇਸ਼ ਡਕੈਤ ਦੀ ਇਸ ਕਰਕੇ ਗੱਲ ਕਰ ਰਿਹਾ ਸੀਗਾ ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਮੈਂ ਲਗਾਤਾਰ ਅਮਿਤ ਸ਼ਾਹ ਦੇ ਨਾਲ ਗੱਲਬਾਤ ਦੇ ਵਿੱਚ ਹਾਂ, ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਰਿਟਨ ਪ੍ਰਪੋਜ਼ਲ ਬਣਾ ਦਿਓ। ਹੁਣ ਇੱਕ ਉਮੀਦ ਹੈ ਕਿ ਸ਼ਾਇਦ ਅੱਜ ਸ਼ਾਮ ਤੱਕ ਕੱਲ ਤੱਕ ਸਾਡੇ ਕੋਲ ਇੱਕ ਰਿਟਨ ਪ੍ਰਪੋਜ਼ਲ ਆ ਜਾਵੇ ਜੋ ਗਵਰਨਮੈਂਟ ਸਾਨੂੰ ਦੇਣਾ ਚਾਹੁੰਦੀ ਹੈ। ਉਸ ਤੋਂ ਬਾਅਦ ਸ਼ਾਇਦ ਜਿਹੜਾ ਹੈ ਇਹ ਧਰਨੇ ਦੇ ਕੀ ਅੱਗੇ ਅੰਦੋਲਨ ਦਾ ਕੀ ਸਿਰ ਪੈਰ ਹੈ ਜਾਂ ਫਿਰ ਕੀ ਅੱਗੇ ਹੁੰਦਾ ਹੈ, ਇਹ ਉਸ ਪ੍ਰਪੋਜ਼ਲ ਤੋਂ ਬਾਅਦ ਗੱਲਬਾਤ ਹੋ ਸਕਦੀ ਹੈ। ਜੀ ਅਸੀਂ ਗੱਲ ਕਰੀਏ ਕਿ ਜਿਹੜਾ ਕੱਲ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਸ ਨੂੰ ਬੜਾ ਵਧੀਆ ਹੁੰਗਾਰਾ ਮਿਲਿਆ, ਕਾਫੀ ਲੋਕਾਂ ਨੇ ਸਮਰਥਨ ਦਿੱਤਾ। ਇਸ ਤਰ੍ਹਾਂ ਗੱਲ ਕਰੀਏ ਕੁਝ ਪਿੰਡਾਂ ਨੇ, ਹਰਿਆਣਾ ਦੇ ਕੁਝ ਪਿੰਡਾਂ ਨੇ ਕੀ ਕੀਤਾ ਖਹਿਰਾ ਸਾਹਿਬ ਕਿ ਹਾਂ ਬਈ ਉਹਨਾਂ ਨੇ ਆਪਣੇ ਪਿੰਡ ਦੇ ਬਾਹਰ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਹਾਂ ਵੀ ਜਿਹੜੇ ਪੋਲੀਟੀਕਲ ਜਿਹੜੇ ਬੰਦੇ ਨੇ ਜਿਹੜੇ ਉਹ ਪਿੰਡ ਨੂੰ ਬਿਲੋਂਗ ਕਰਦੇ ਨੇ ਜਾਂ ਫਿਰ ਜਿਹੜੇ ਲਾਗੇ ਛਾਗੇ ਰਹਿੰਦੇ ਨੇ, ਠੀਕ ਹੈ ਬਈ, ਜੇ ਉਹ ਉਹਨਾਂ ਦੀ ਹੱਕ ਲਈ ਆਪਣੀ ਆਵਾਜ਼ ਨਹੀਂ ਚੱਕਦੇ ਤੇ ਉਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਕਿ ਹਾਂ ਵੀ ਉਹ ਜਿਹੜੇ ਪੋਲੀਟੀਕਲ ਬੰਦੇ ਨੇ ਉਹਨਾਂ ਦੇ ਪਿੰਡ ਵਿੱਚ ਐਂਟਰੀ ਨਹੀਂ ਕਰ ਪਾਣਗੇ। ਸੋ ਕੱਲ ਦੀ ਗੱਲ ਕਰੀਏ ਤਾਂ ਕੱਲ ਤੱਕ 35-40 ਜਿਹੜੇ ਪਿੰਡ ਸੀਗੇ ਉਹਨਾਂ ਨੇ ਆ ਜਿਹੜੀ ਮੁਹਿੰਮ ਜਿਹੜੀ ਆਪਣੀ ਕਹੀਏ ਨਵੀਂ ਸ਼ੁਰੂ ਕੀਤੀ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਕਾਫੀ ਸਖਤੀ ਨਾਲ ਦੱਸਿਆ ਕਿ ਹਾਂ ਬਈ ਜਿਹੜੇ ਪੋਲੀਟੀਕਲ ਪਰਸਨ ਨੇ ਜਿਹੜੇ ਉਹਨਾਂ ਦੇ ਲਾਗੇ ਛਾਗੇ ਰਹਿੰਦੇ ਨੇ ਕਿ ਹਾਂ ਬਈ ਉਹ ਹੁਣ ਉਹਨਾਂ ਨੂੰ ਨਹੀਂ ਮਿਲ ਸਕਣਗੇ ਜਦੋਂ ਤੱਕ ਉਹਨਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਨਹੀਂ ਰੱਖਦੇ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਕਿ ਕੱਲ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਹੈਗਾ ਹੈ ਸੰਘਰਸ਼, ਜਿਹੜਾ ਪੂਰਾ ਸੰਮੇਲਨ ਜਿਹੜਾ ਸੀਗਾ ਉਹ ਹੋਇਆ, ਜਿਸ ਵਿੱਚ ਕਾਫੀ ਮੰਦਭਾਗੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹਾਂ ਵੀ ਉੱਥੇ ਕੁਝ ਪੰਜਾਬੀ ਜਾਂ ਜਿਹੜੇ ਕਿਸਾਨ ਜਿਹੜੇ ਵੀਰ ਸੀਗੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਗਿਆ, ਜਿਸ ਦੀ ਕਾਫੀ ਕੜੀ ਨਿੰਦਾ ਕੀਤੀ ਜਾ ਰਹੀ ਹੈ। ਦੇਖੋ ਜਦੋਂ ਆਪਾਂ ਗੱਲ ਕਰ ਰਹੇ ਹਾਂ ਸੰਘਰਸ਼ ਦੀ ਤਾਂ ਸੰਘਰਸ਼ ਜਿਹੜਾ ਹੈ ਇਹ ਪੂਰੀ ਤਰ੍ਹਾਂ ਸਫਲਤਾਪੂਰਵਕ ਰਿਹਾ। ਹਾਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਉੱਥੋਂ ਫੁਟੇਜ ਵੀ ਆਈਆਂ ਸਾਨੂੰ, ਪਰ ਉਹਦੇ ਪਿਛਲਾ ਦੇਖੋ ਕਾਰਨ ਜਿਹੜਾ ਅਜੇ ਤੱਕ ਸਾਹਮਣੇ ਨਹੀਂ ਆਇਆ। ਜਿੰਨਾ ਚਿਰ ਕਾਰਨ ਇੱਕਦਮ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਗੱਲਬਾਤ ਵੀ ਨਹੀਂ ਕਰ ਸਕਦੇ। ਐਂਡ ਦੂਸਰੇ ਬੰਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਬਾਇਕਾਟ ਕੀਤਾ, ਮੈਂ ਇੱਕ ਗੱਲ ਤੋਂ ਬੜਾ ਹੈਰਾਨ ਆ ਕਿ ਚੌਧਰੀ ਸੁਰਿੰਦਰ ਸਿੰਘ ਜਿਹੜੇ ਨੇ, ਜਿਹੜੇ ਕਿ ਬੜੇ ਸਾਡੇ ਕਰਤਾਰਪੁਰ ਹਲਕੇ ਤੋਂ ਜਿਹੜੇ ਨੇ MLA ਨੇ, ਉਹਨਾਂ ਦਾ ਅਜੇ ਤੱਕ ਕੋਈ ਬਿਆਨ ਨਹੀਂ, ਕਦੇ ਕਿਤੇ ਨਹੀਂ ਉਹ ਬੈਠੇ, ਕਿਉਂਕਿ ਐਡੇ ਵੱਡੇ ਹਲਕੇ ਦੇ ਐਡੀ ਸਿਆਸੀ ਪਾਰਟੀ ਦੇ ਨਾਲ ਤੁਸੀਂ ਸੰਬੰਧਿਤ ਹੋ, ਐਟਲੀਸਟ ਤੁਹਾਨੂੰ ਲੱਗਦਾ ਕਿ ਤੁਸੀਂ ਅੱਗੇ ਆਓ, ਕੁਝ ਤੇ ਕਹੋ। ਇਹ ਮੈਂ ਪਹਿਲਾਂ ਕਹਿ ਰਿਹਾ ਕਿ ਪੰਜਾਬ ਦੀ ਓਪੋਜੀਸ਼ਨ ਦਾ ਤਾਂ ਬੁਰਾ ਹਾਲ ਹੀ ਹਾਲ ਹੈ, ਸੈਂਟਰ ਦੀ ਓਪੋਜੀਸ਼ਨ ਦਾ ਵੀ ਮਾੜਾ ਹਾਲ ਹੈ। ਜੇ ਅੱਜ ਗੱਲ ਕਰੀਏ ਤੇ ਅੱਜ ਜਿਹੜੀ ਮੀਟਿੰਗ ਹੈ ਉਹ ਆਪਾਂ ਦੇਖਿਆ ਜਾਵੇ ਤਾਂ ਜਿਹੜੇ ਓਪੋਜੀਸ਼ਨ ਦੇ ਲੀਡਰ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਗੱਲ ਕਰ ਲਈਏ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ, NCP ਦੇ ਨੇਤਾ ਸ਼ਰਦ ਪਵਾਰ ਨੇ, CPI ਨੇਤਾ ਸੀਤਾਰਾਮ ਯੈਚੂਰੀ ਨੇ, ਇਹ ਮੇਨ ਬੰਦੇ ਨੇ ਜਿਹੜੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਕੀ ਕੱਢ ਕੇ ਲਿਆਉਂਦੇ ਨੇ, ਕਿਉਂਕਿ ਮੈਂ ਬਾਰ-ਬਾਰ ਇਸ ਗੱਲੋਂ ਬਹੁਤ ਪਰੇਸ਼ਾਨ ਆ ਜਾਂ ਹੈਰਾਨ ਆ ਕਿ ਇਹ ਆਪਣਾ ਬਣਦਾ ਜਿਹੜਾ ਰੋਲ ਹੈ ਉਹ ਅਦਾ ਨਹੀਂ ਕਰ ਰਹੇ। ਜਦੋਂ ਦੀ BJP ਸਰਕਾਰ ਆਈ ਹੈ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਓਪੋਜੀਸ਼ਨ ਹੈ ਉਹ ਇੰਨੇ ਸਟਰੋਂਗਲੀ ਖੜੀ ਹੋਈ ਹੈ। ਇੱਕ ਕਾਰਨ ਤਾਂ ਚਲੋ ਅਸੀਂ ਮੰਨਦੇ ਹਾਂ ਕਿ ਉਹਨਾਂ ਦੇ ਕੋਲ ਕਲੀਅਰ ਕੱਟ ਜਿਹੜਾ ਵੈਂਡੇਟਾ ਹੈ ਨਾ, ਉਹਨਾਂ ਕੋਲ ਬਹੁਤ ਸਾਰੀਆਂ ਸੀਟਸ ਨੇ, ਇਸ ਕਰਕੇ ਉਹ ਅਧਿਆਦੇਸ਼ ਲਿਆਉਂਦੇ ਨੇ, ਅਧਿਆਦੇਸ਼ ਲਾਗੂ ਕਰ ਦਿੰਦੇ ਨੇ, ਪਰ ਰੌਲਾ ਪਾਉਣ 'ਚ ਕੀ ਹਰਜ ਆ? ਜਾਂ ਤਾਂ ਫਿਰ ਇਹ ਕਹਿ ਲਓ ਕਿ ਰੌਲਾ ਪਾਇਆ ਜਾ ਰਿਹਾ ਹੈ ਪਰ ਜਿਵੇਂ ਸਾਡਾ ਸੰਘਰਸ਼ ਨਹੀਂ ਦਿਖਾਇਆ ਜਾ ਰਿਹਾ ਇਵੇਂ ਹੀ ਜਿਹੜਾ ਹੈ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ, ਪਰ ਓਪੋਜੀਸ਼ਨ ਦੇ ਕੋਲ ਸੋਸ਼ਲ ਮੀਡੀਆ ਵੀ ਹੈ। ਜੀ ਤੁਸੀਂ ਜੇ ਰੌਲਾ ਪਾਉਣਾ ਇਹਨਾਂ ਦਾ ਆਪਣਾ IT ਸੈੱਲ ਹੁੰਦਾ ਖੈਰ ਸਾਹਿਬ। ਆਪਾਂ ਗੱਲ ਕਰ ਰਹੇ ਹਾਂ ਕਿ ਹਾਂ ਵੀ ਜਿਹੜਾ ਓਪੋਜੀਸ਼ਨ ਹੈ ਉਹ ਅੱਜ ਪ੍ਰੈਜ਼ੀਡੈਂਟ ਨੂੰ ਮਿਲਣ ਜਾ ਰਿਹਾ। ਜੇਕਰ ਗੱਲ ਕਰੀਏ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਹੋਰਾਂ ਲੋਕਾਂ ਵੱਲੋਂ ਵੀ ਜਿਹੜੀ ਅਪਰੋਚ ਕੀਤੀ ਜਾ ਰਹੀ ਹੈ ਕਿ ਹਾਂ ਵੀ ਪ੍ਰੈਜ਼ੀਡੈਂਟ ਸਾਹਿਬ ਨਾਲ ਮਿਲ ਕੇ ਜਿਹੜਾ ਇਹਨਾਂ ਦਾ ਹੱਲ ਕੱਢਿਆ ਜਾਵੇ। ਈਵਨ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੇ ਵੀ ਪਰਸੋਂ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਰਾਹ ਵਿੱਚ ਰੋਕਿਆ ਗਿਆ ਐਂਡ ਇਹ ਹਵਾਲਾ ਦਿੱਤਾ ਗਿਆ ਕਿ ਹਾਂ ਵੀ ਕਰੋਨਾ ਵਾਇਰਸ ਕਰਕੇ ਇੰਨੀ ਵੱਡੀ ਗਿਣਤੀ ਜਿਹੜੀ ਹੈ ਉੱਥੇ ਅਲਾਉਡ ਨਹੀਂ ਕੀਤੀ ਜਾਵੇਗੀ। ਜਦ ਕਿ ਜਿਹੜੇ ਅੱਜ ਜਿਹੜੇ ਜਾ ਰਹੇ ਨੇ ਰਾਹੁਲ ਗਾਂਧੀ ਐਂਡ ਜਿਹੜੇ ਹੋਰ ਉਹਨਾਂ ਦੇ ਨਾਲ 4-5 ਜਿਹੜੇ ਓਪੋਜੀਸ਼ਨ ਦੇ ਲੀਡਰ ਨੇ ਉਹ ਸਿਰਫ 4-5 ਜਾ ਰਹੇ ਨੇ। ਉਹਨਾਂ ਨੇ ਤਾਂ ਪੂਰੀਆਂ ਗਾਈਡਲਾਈਨਸ ਫੋਲੋ ਕਰਨੀਆਂ ਕਿ ਹਾਂ ਸਿਰਫ 4-5 ਜਾਣਗੇ, ਅਲੱਗ-ਅਲੱਗ ਬੈਠਣਗੇ। ਹੁਣ ਦੇਖੋ ਉੱਥੇ ਵੀ ਉਹਨਾਂ ਨੂੰ ਮਿਲਣ ਦਿੰਦੇ ਜੇ ਨਹੀਂ ਦਿੰਦੇ ਨੇ ਐਂਡ ਕੀ ਗੱਲ ਨਿਕਲਦੀ ਹੈ ਉਹ ਗੱਲ ਕਾਫੀ ਅਹਿਮ ਹੋਵੇਗੀ। ਦੇਖੋ ਇਹ ਗੱਲ ਤੇ ਚਲੋ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ, ਜਦੋਂ ਸਾਡੇ ਦੇਸ਼ ਦਾ ਇੱਕ ਤਾਣਾ ਬਾਣਾ ਬੁਣਨ ਵਾਲਾ ਰਾਸ਼ਟਰਪਤੀ ਹੁਣਾਂ ਦੀ ਗੱਲ ਕਰਦੇ ਹਾਂ, ਮਾਨਯੋਗ ਰਾਸ਼ਟਰਪਤੀ ਹੁਣਾਂ ਦੀ ਗੱਲ ਕਰਦੇ ਹਾਂ, ਤਾਂ ਉਦੋਂ ਚਲੋ ਇੱਕ ਤਰੀਕੇ ਦੇ ਨਾਲ ਇਹ ਸਾਡੇ ਜਿਹੜੇ ਆਪਾਂ ਕਹਿ ਲਈਏ ਕਿ ਮੇਜਰਮੈਂਟ ਨੇ ਜਾਂ ਫਿਰ ਇਹ ਜਿਹੜੇ ਸਟੈਪ ਨੇ ਇਹ ਲੈਣੇ ਵੀ ਬਹੁਤ ਜ਼ਰੂਰੀ ਨੇ। ਉਹਨਾਂ ਨੂੰ ਮਨਾ ਨਹੀਂ ਕੀਤਾ ਗਿਆ, ਉਹਨਾਂ ਨੂੰ ਵੀ ਉਹਨਾਂ ਨੇ ਇੱਕ ਟਾਈਮ ਸਲੋਟ ਦੇ ਦਿੱਤਾ ਹੈ। ਦੇਖਦੇ ਹਾਂ ਕਿ ਉਹ ਕਦੋਂ ਜਾ ਰਹੇ ਨੇ, ਕਦੋਂ ਗੱਲਬਾਤ ਹੁੰਦੀ ਨੇ, ਔਰ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਅਹਿਮ ਹੈ। ਸੋ ਦੇਖਦੇ ਹਾਂ ਕਿ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚੋਂ ਕੀ ਸਿੱਟਾ ਨਿਕਲਦਾ। ਇਸ ਤੋਂ ਇਲਾਵਾ ਜਿਹੜੀ ਕਿਸਾਨਾਂ ਦੀ ਮੀਟਿੰਗ ਹੈ ਜੋ ਕਿ ਹੁਣ ਪੋਸਟਪੋਨ ਹੋ ਚੁੱਕੀ ਹੈ, ਉਹਨਾਂ ਦੀ ਡੇਟ ਹਾਲੇ ਤੱਕ ਕੋਈ ਬਹੁਤੀ ਜਿਹੜੀ ਮਿੱਥੀ ਹਾਲੇ ਤੱਕ ਨਹੀਂ ਗਈ। ਸੋ ਉਹਨਾਂ ਉੱਪਰ ਵੀ ਕਾਫੀ ਬਰੀਕੀ ਨਾਲ ਸਾਡੀ ਨਜ਼ਰ ਰਹੇਗੀ ਕਿ ਹਾਂ ਵੀ ਉਹਨਾਂ ਨੇ ਨੈਕਸਟ ਕਦੋਂ ਮੀਟਿੰਗ ਜਿਹੜੀ ਹੈ ਕੇਂਦਰ ਸਰਕਾਰ ਨਾਲ ਹੋਵੇਗੀ। ਫਿਲਹਾਲ ਜਿਹੜਾ ਸਮਾਂ ਹੈ ਉਹ ਹੋ ਚੁੱਕਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ।
ਭਾਵੇਂ ਤੁਸੀਂ ਕਰਾਉਣੀ ਹੋਵੇ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਜਾਂ ਫਿਰ ਮੈਡੀਕੇਅਰ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਇੱਕੋ ਇੱਕ ਨਾਂ ਯਾਦ ਰੱਖੋ, ਇੰਦਰਜੀਤ ਸਿੰਘ ਮਾਨ। ਇਹਨਾਂ ਨੂੰ ਲੰਮੇ ਸਮੇਂ ਦਾ ਤਜਰਬਾ ਹੈ। ਸਹੀ ਸਲਾਹ ਲੈਣ ਲਈ ਇਹਨਾਂ ਦੇ ਨਾਲ ਸੰਪਰਕ ਕਰੋ, ਭੁੱਲਣਾ ਨਹੀਂ। ਓਬਾਮਾ ਕੇਅਰ ਪਲਾਨ ਅਕਤੂਬਰ ਵਿੱਚ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਇਸ ਲਈ ਇਹ ਇੰਸ਼ੋਰੈਂਸ ਅਗਲੇ ਸਾਲ ਲਈ ਜਲਦ ਤੋਂ ਜਲਦ ਰਿਨਿਊ ਕਰਾਓ। ਤੁਹਾਨੂੰ ਇਹਨਾਂ ਦੇ ਆਫਿਸ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਫੋਨ ਤੇ ਸਰਵਿਸ ਲਓ। 916 900 2000 530 927 5777 916 900 2000 और 530 927 5777। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਸੋ ਖੈਰ ਸਾਹਿਬ, ਹੁਣ ਦੁਬਾਰਾ ਫੇਰ ਆਪਾਂ ਗੱਲ ਕਰ ਲਈਏ ਕਰੋਨਾ ਵਾਇਰਸ ਦੀ। ਤਾਂ ਜਿਹੜੇ ਕੇਸ ਨੇ ਅਮਰੀਕਾ ਵਿੱਚ ਤਾਂ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਇੱਕ ਦਿਨ ਵਿੱਚ 1.5 ਲੱਖ ਤੋਂ ਵੱਧ ਕੇਸ ਸਾਹਮਣੇ ਆਉਣਾ ਮਤਲਬ ਮੈਂ ਕਹਿੰਦਾ ਚਿੰਤਾ ਦਾ ਵਿਸ਼ਾ ਹੈ। ਤੇ ਗੱਲ ਕਰੀਏ ਉੱਥੋਂ ਦੀ ਸਰਕਾਰ ਦੀ, ਜੋ ਕਿ ਹੁਣ ਬਾਈਡਨ ਨਵੇਂ ਬਣ ਚੁੱਕੇ ਨੇ ਰਾਸ਼ਟਰਪਤੀ, ਤਾਂ ਉਹਨਾਂ ਨੇ ਐਲਾਨ ਕੀਤਾ ਕਿ ਹਾਂ ਵੀ 100 ਦਿਨਾਂ ਦੇ ਵਿੱਚ 10 ਕਰੋੜ ਲੋਕਾਂ ਨੂੰ ਜਿਹੜੀ ਹੈ ਵੈਕਸੀਨੇਸ਼ਨ ਹੈ ਪ੍ਰੋਵਾਈਡ ਕੀਤੀ ਜਾਵੇਗੀ। ਦੇਖੋ, ਇੱਕ ਜਿਹੜੀ ਚੰਗੀ ਖਬਰ ਸਾਡੇ ਕੋਲੇ ਆ ਰਹੀ ਹੈ ਕਿ ਦੁਨੀਆ ਦੀ ਜਿਹੜੀ ਆਪਾਂ ਕਹਿ ਲਓ ਕਿ ਸਭ ਤੋਂ ਕਾਰਗਰ ਇਸ ਕਰੋਨਾ ਵਾਇਰਸ ਲਈ ਜਿਹੜੀ ਦਵਾਈ ਹੈ FP ਫਾਈਜ਼ਰ, ਉਹ ਜਿਹੜੀ ਹੈ ਹੁਣ ਲੱਗਣੀ ਸ਼ੁਰੂ ਹੋ ਗਈ ਹੈ ਨਾ। ਸਾਡੇ ਕੋਲੇ UK ਦੀਆਂ ਵੀ ਖਬਰਾਂ ਨੇ, ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਆਪਣਾ ਟ੍ਰਾਇਲ ਸ਼ੁਰੂ ਕਰ ਲਿਆ ਸੀਗਾ। ਉਸ ਤੋਂ ਬਾਅਦ ਹੁਣ ਇਹ ਉਹਨਾਂ ਉੱਥੇ ਵੀ ਜਿਹੜੀ ਹੈ ਇਹ ਵੈਕਸੀਨੇਸ਼ਨ ਹੋਣੀ ਸ਼ੁਰੂ ਹੋ ਗਈ ਜੀ। ਪਰ ਐਡਾ ਵੱਡਾ ਜਿਹੜਾ ਇੱਕ ਅੰਕੜਾ ਆਉਣਾ, ਇਹ ਸਾਰਿਆਂ ਲਈ ਜਿਹੜਾ ਹੈ ਦੁਖਦਾਈ ਖਬਰ ਹੈ ਜੀ। ਗੱਲ ਸਿਰਫ ਇਸ ਕਰਕੇ ਆ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ ਕੋਈ ਹੋਰ ਦੁਨੀਆ ਦਾ ਮੁਲਕ ਹੋਵੇ, ਹੁਣ ਜਿਹੜੇ ਕੇਸ ਆ ਰਹੇ ਨੇ ਉਹ ਅਣਗਹਿਲੀ ਦੇ ਬੇਸ ਆ ਰਹੇ ਨੇ। ਕਿਉਂਕਿ ਬਹੁਤ ਵਾਰ ਜਿਹੜਾ ਹੈ WHO ਕਹਿ ਰਿਹਾ ਹੈ ਕਿ ਹੁਣ ਜਿਹੜੇ ਕੇਸ ਨੇ ਉਹ ਸਿਰਫ ਤੇ ਸਿਰਫ ਅਣਗਹਿਲੀ ਹੱਥੇ ਕੇਸ ਨੇ। ਪਰ ਇੱਕ ਚੰਗੀ ਖਬਰ ਜਿਹੜੀ ਮੈਨੂੰ ਲੱਗਦਾ ਕਿ ਇਹਦੇ ਵਿੱਚ ਇਹ ਹੈਗਾ ਕਿ ਇੱਕ ਸਾਡੇ ਕੋਲੇ ਜੇ ਦਵਾਈ ਆ ਗਈ ਹੈ, ਵੈਕਸੀਨੇਸ਼ਨ ਹੋਣ ਡਈ ਆ, ਪਰ ਉਹਦਾ ਫਾਇਦਾ ਤਾਂ ਹੀ ਹੈ ਜੇ ਅਸੀਂ ਜਿਹੜਾ ਹੈ ਇਸ ਟਰਾਂਸਮਿਸ਼ਨ ਚੇਨ ਨੂੰ ਤੋੜ ਸਕੀਏ ਔਰ ਇਸ ਟਰਾਂਸਮਿਸ਼ਨ ਚੇਨ ਤੋਂ ਬਾਅਦ ਇਹ ਜਿਹੜਾ ਹੈ ਪੂਰੀ ਤਰ੍ਹਾਂ ਖਤਮ ਹੋ ਜਾਵੇ ਜੀ। ਗੱਲ ਕਰ ਰਹੇ ਹਾਂ ਕਿ ਹਾਂ ਵੀ ਜਿਹੜੀ UK ਦੀ ਜਿਹੜੀ 90 ਸਾਲਾਂ ਦੀ ਜਿਹੜੀ ਔਰਤ ਹੈ, ਜੋ ਕਿ ਸੰਸਾਰ ਦੀ ਪਹਿਲੀ ਇੱਕ ਅਜਿਹਾ ਇੱਕ ਪੇਸ਼ੈਂਟ ਹੋਵੇਗਾ ਜਿਸ ਨੂੰ ਕਰੋਨਾ ਵੈਕਸੀਨੇਸ਼ਨ ਮਿਲੀ ਹੈ। ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਨਮਾਨਿਤ ਫੀਲ ਕਰ ਰਹੀ ਹਾਂ ਕਿ ਹਾਂ ਜੇਕਰ ਤੁਸੀਂ ਮੈਨੂੰ ਪਹਿਲਾਂ ਜਿਹੜੀ ਵੈਕਸੀਨੇਸ਼ਨ ਹੈ ਉਹ ਲਗਾ ਰਹੇ ਹੋ ਐਂਡ ਚੰਗਾ ਰਿਜ਼ਲਟ ਸਾਹਮਣੇ ਆਵੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਰ ਇੱਕ ਦਾ ਫਿਰ ਫਰਜ਼ ਬਣਦਾ ਹੈ ਕਿ ਹਾਂ ਵੀ ਜਿਹਨਾਂ ਨੂੰ ਇਹ ਲਗਵਾਈ ਜਾ ਰਹੀ ਹੈ, ਜਿਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ, ਕਿਉਂਕਿ ਹਰ ਜਿਹੜਾ ਮੁਲਕ ਹੈ ਅਲੱਗ ਤਰ੍ਹਾਂ ਦੀ ਤਰਜੀਹ ਦੇ ਰਿਹਾ ਕਿ ਹਾਂ ਵੀ ਸਭ ਤੋਂ ਪਹਿਲਾਂ ਅਸੀਂ ਬਜ਼ੁਰਗਾਂ ਨੂੰ ਲਗਾਵਾਂਗੇ, ਜਿਹੜੇ ਹੈਲਥ ਵਰਕਰਸ ਨੇ ਉਹਨਾਂ ਨੂੰ ਲਗਾਵਾਂਗੇ। ਸੋ ਉਸ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਜਿਹੜੀ ਹੈ ਉਹ ਲਗਾਉਣੀ ਚਾਹੀਦੀ ਹੈ। ਉਸ ਤੋਂ ਇਲਾਵਾ ਦੁਬਾਰਾ ਗੱਲ ਕਰਦੇ ਆਪਾਂ US ਦੀ, ਤਾਂ ਜਿਹੜੇ ਜੋ ਬਾਈਡਨ ਨੇ ਉਹਨਾਂ ਨੇ ਰਿਕੁਐਸਟ ਕੀਤੀ ਹੈ ਆਪਣੇ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਕੈਲੀਫੋਰਨੀਆ ਦੇ ਰਹਿਣ ਵਾਲੇ ਨਿਵਾਸੀਆਂ ਨੂੰ, ਕਿਉਂਕਿ ਉੱਥੇ ਜਿਹੜੇ ਕੇਸ ਨੇ ਲਗਾਤਾਰ ਬਹੁਤ ਵੱਡੀ ਗਿਣਤੀ ਸਾਹਮਣੇ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਪੂਰੇ ਅਮਰੀਕਾ ਦੇ ਜਿਹੜੇ ਲੋਕ ਨੇ ਅਗਲੇ 100 ਦਿਨ ਜਿਹੜਾ ਹੈ ਉਹ ਲਗਾਤਾਰ ਜਿਹੜਾ ਮਾਸਕ ਹੈ ਪਾ ਕੇ ਰੱਖਣ, ਤਾਂ ਜੋ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਅਣਗਹਿਲੀ ਦੇ ਜਿਹੜੇ ਕੇਸ ਸਾਹਮਣੇ ਆ ਰਹੇ ਨੇ ਉਹਨਾਂ ਵਿੱਚ ਠੱਲ ਪਾਈ ਜਾ ਸਕੇ। ਅੱਛਾ, ਆਪਾਂ ਹੁਣ ਹੋਰ ਗੱਲਾਂ, ਚਲੋ ਇਹ ਤਾਂ ਕਰੋਨਾ ਵਾਇਰਸ ਚਲਾ ਗਿਆ। ਤੁਸੀਂ ਅਕਸਰ ਕਹਿੰਦੇ ਹੋ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹ ਟਵੀਟ ਬਹੁਤ ਕਰਦੇ ਨੇ, ਲੋਕਾਂ ਨੂੰ ਬਰਥਡੇ ਵਿਸ਼ ਕਰਦੇ ਨੇ। ਤੇ ਮੈਂ ਹੁਣੀ ਦੇਖ ਰਿਹਾ ਸੀਗਾ ਕਿ ਇੱਕ ਟਵੀਟ ਹੋਰ ਨਵਾਂ ਉਹਨਾਂ ਨੇ ਕਰ ਦਿੱਤਾ। ਅੱਜ ਸੋਨੀਆ ਗਾਂਧੀ ਹੁਣਾਂ ਦਾ ਜਨਮ ਦਿਨ ਹੈ ਤੇ ਉਹਨਾਂ ਨੇ ਇੱਕ ਹੋਰ ਸ਼ੁਭ ਕਾਮਨਾਵਾਂ ਵਾਲਾ ਟਵੀਟ ਕਰ ਦਿੱਤਾ। ਤੇ ਮੈਨੂੰ ਲੱਗਾ ਮੈਨੂੰ ਤੁਹਾਨੂੰ ਦੱਸਣਾ ਚਾਹੀਦਾ ਕਿ ਦੇਖੋ ਟਵੀਟ ਆ ਗਿਆ। ਚਾਹੇ ਮੈਂ ਕਹਿੰਦਾ ਟਰੰਪ ਸਾਹਿਬ ਕੋਈ ਇਹੋ ਜਿਹਾ ਕਮੈਂਟ ਕਰ ਦੇਣ, ਚਾਹੇ ਸਾਡੇ ਮੋਦੀ ਸਾਹਿਬ ਕੁਝ ਇਹੋ ਜਿਹਾ ਕਮੈਂਟ ਕਰ ਦੇਣ, ਤੁਸੀਂ ਮੈਨੂੰ ਜ਼ਰੂਰ ਨਾਲ ਜੋੜਨਾ ਹੁੰਦਾ, ਕਿਉਂਕਿ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਜਗ ਜ਼ਾਹਰ ਹੈ ਕਿ ਜਿਹੜਾ ਮੇਰਾ ਖਾਸ ਜਿਹੜਾ ਪਿਆਰ ਹੈ ਦੋਨਾਂ ਲੀਡਰਸ ਨੂੰ ਲੈ ਕੇ। ਨਹੀਂ, ਟਰੰਪ ਸਾਹਿਬ ਹੁਣੀ ਤਾਂ ਤੁਹਾਡੇ ਦੋਸਤ ਆ ਨਾ, ਉਹਨੂੰ ਅਸੀਂ ਛੱਡ ਨਹੀਂ ਸਕਦੇ। ਉਹ ਗੱਲ ਵੱਖਰੀ ਕਿ ਹੁਣ ਤੁਸੀਂ ਮੰਨਦੇ ਨਹੀਂ ਕਿਉਂਕਿ ਹੁਣ ਉਹ ਸੱਤਾ ਦੇ ਵਿੱਚ ਨਹੀਂ ਹੈਗੇ। ਠੀਕ ਹੈ ਜੀ, ਜਿਹੜੇ ਸੱਤਾ ਵਿੱਚ ਨੇ ਮੈਂ ਉਹਨਾਂ ਨੂੰ ਵੀ ਨਹੀਂ ਮੰਨ ਰਿਹਾ। ਸੋ ਬਾਕੀ ਜਿਵੇਂ ਕਿ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਹਨਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਾਲ ਕੋਈ ਟਾਈਮ ਪਤਾ ਨਹੀਂ ਇੰਨਾ ਟਾਈਮ ਹੈ ਜੀ, ਕਿਤੇ ਪੂਜਾ ਹੋ ਰਹੀ ਉੱਥੇ, ਕਿਤੇ ਧਾਰਮਿਕ ਕੋਈ ਵੀ ਆਯੋਜਨ ਹੁੰਦਾ ਉੱਥੇ ਪਹੁੰਚ ਜਾਂਦੇ ਨੇ। ਚਲੋ ਬਹੁਤ ਵਧੀਆ, ਮੈਂ ਕਹਿੰਦਾ ਹਰ ਇੱਕ ਜਿਹੜੇ ਸੰਪਰਦਾਇ ਦੇ ਲੋਕ ਨੇ, ਹਰ ਕਮਿਊਨਿਟੀ ਦੇ ਲੋਕ ਨੇ, ਉਹਨਾਂ ਨੂੰ ਖੁਸ਼ ਰੱਖਦੇ ਨੇ। ਪਰ ਜਨਾਬ ਫਿਰ ਸਾਨੂੰ ਇਗਨੋਰ ਨਾ ਕਰਨ। ਐਂਡ ਇੱਕ ਵਾਕਈ ਗੱਲ ਜਿਹੜੀ ਬੜੀ ਸੋਹਣੀ ਆਖੀ ਸੀ ਉਹਨਾਂ ਨੇ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਕਿ ਹਾਂ ਵੀ ਜਿਹੜੀ ਕੇਂਦਰ ਸਰਕਾਰ ਮਤਰੇਈ ਮਾਂ ਵਾਲਾ ਹਿਸਾਬ ਕਰ ਰਹੀ ਹੈ। ਜੇਕਰ ਤੁਸੀਂ ਕੇਂਦਰ 'ਚ ਬੈਠੇ ਹੋ, ਤੁਸੀਂ ਮਾਂ ਹੀ ਹੋ। ਤੁਹਾਡੀ ਪੂਰੀ ਜਿਹੜੇ 29-30 ਸਟੇਟਸ ਨੇ, ਤੁਸੀਂ ਤੁਹਾਡੇ ਸਾਰੇ ਬੱਚੇ ਨੇ, ਐਂਡ ਤੁਸੀਂ ਸਿਰਫ ਬਾਕੀ ਸਟੇਟਸ ਵੱਲ ਦੇਖ ਰਹੇ ਹੋ, ਉਹਨਾਂ ਦੇ ਮਸਲੇ ਹੱਲ ਕਰ ਰਹੇ ਹੋ, ਉੱਥੇ ਜਾ ਕੇ ਜੀ ਨਵੇਂ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ, ਕੋਈ ਨਵੀਂ ਚੀਜ਼ ਕਰ ਰਹੇ ਹੋ। ਪੰਜਾਬ, ਹਰਿਆਣਾ, ਤੁਸੀਂ ਉਹਨੂੰ ਕੰਪਲੀਟਲੀ ਇਗਨੋਰ ਕਿਵੇਂ ਕਰ ਸਕਦੇ ਹੋ? ਐਂਡ ਟਵੀਟ ਦੀ ਤੁਸੀਂ ਗੱਲ ਕੀਤੀ ਹੈ, ਇੱਕ ਸਿੰਗਲ ਟਵੀਟ ਵੀ ਨਹੀਂ ਕਰਨਾ ਹੈ ਨਾ। ਇੱਕ ਵਾਕਈ ਮੈਂ ਕਹਿੰਦਾ ਬਹੁਤ ਬੜਾ ਕੁਐਸਚਨ ਮਾਰਕ ਹੈ ਜੋ ਕਿ ਪੂਰਾ ਭਾਰਤ ਉਠਾ ਰਿਹਾ। ਈਵਨ ਹੁਣ ਪੂਰੇ ਵਰਲਡ ਵਿੱਚ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਐਂਡ ਆਪੋਜੀਸ਼ਨ ਜਿਹੜੀ ਵਰਲਡ ਵਿੱਚ ਜਿਹੜੀ ਪੂਰੀ ਗੱਲਬਾਤ ਹੋ ਰਹੀ ਹੈ ਐਂਡ ਜਵਾਬ ਉਹਨਾਂ ਕੋਲ ਮੰਗਿਆ ਜਾ ਰਿਹਾ। ਦੇਖੋ, ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਜ਼ਿੰਮੇਵਾਰ ਹੈ,
ਤੇ ਦੇਖੋ ਜ਼ਿੰਮੇਵਾਰੀ ਤੋਂ ਉਸ ਦਿਨ ਹੀ ਹੱਥ ਧੋ ਕੇ ਚਲੇ ਗਏ ਸੀਗੇ ਕਿ ਜਿਸ ਦਿਨ ਅਸੀਂ ਜਿਹੜਾ ਹੈ ਉੱਥੇ ਲਾਣਾ ਦਾਣਾ ਲੈ ਕੇ ਚਲੇ ਗਏ ਸੀਗੇ ਜੀ ਨਹੀਂ ਤਾਂ ਪ੍ਰਾਇੋਰਟੀ ਦੇ ਉੱਤੇ ਸਾਡਾ ਜਿਹੜਾ ਹੱਲ ਸੀਗਾ ਉਹ ਜ਼ਰੂਰ ਬਣਦਾ ਸੀਗਾ ਜੀ। ਹੁਣ ਮੈਂ ਉਹ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਕੇਜਰੀਵਾਲ ਨੇ ਆ ਕੇ ਸਾਫ਼-ਸਾਫ਼ ਦੱਸ ਦਿੱਤਾ ਕਿ ਭਾਈ ਮੈਂ ਜਿਹੜਾ ਸੀਗਾ ਮੈਨੂੰ ਕਹਿੰਦੇ ਜੀ ਤੁਸੀਂ ਆਪਣੇ ਜਿਹੜੇ ਸਟੇਡੀਅਮ ਹੈ ਉਹ ਜੇਲ੍ਹਾਂ ਲਈ ਦੇ ਦਿਓ ਜੀ। ਤੁਸੀਂ ਦੇਖੋ ਹਿਸਾਬ ਲਾ ਸਕਦੇ ਹੋ ਕਿ ਸਾਡੇ ਨਾਲ ਕਿਹੜਾ ਦੁਰਵਿਵਹਾਰ ਹੋਣ ਡਿਆ ਹੈ। ਵੈਸੇ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਵੀ ਜਗਾਉਣਾ ਪੈਂਦਾ ਹੈ। ਸਰਕਾਰ ਕੋਈ ਵੀ ਹੋਵੇ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ, ਉਹ ਕਦੇ ਵੀ ਲੋਕਾਂ ਦੇ ਹੱਕਾਂ ਦੇ ਲਈ ਨਹੀਂ ਜਾਗਦੀ। ਉਹ ਹਮੇਸ਼ਾ ਆਪਣੇ ਹੱਕ ਸੁਰੱਖਿਅਤ ਰੱਖਦੀ ਹੈ। ਮੈਂ ਹਮੇਸ਼ਾ ਬਾਰ-ਬਾਰ ਕਹਿੰਦਾ ਹੁੰਦਾ ਕਿ ਜੇ ਤੁਹਾਨੂੰ ਮੌਕਾ ਮਿਲੇ ਨਾ ਤੁਸੀਂ ਇੱਕ ਵਾਰੀ ਰਾਸ਼ਟਰਪਤੀ ਭਵਨ ਜਾਇਓ, ਸੈਕਟਰੀਏਟ ਜਾਇਓ, ਪਾਰਲੀਮੈਂਟ ਹਾਊਸ ਜਾਇਓ, ਤੁਸੀਂ ਕਹੋਗੇ ਕਿ ਜੀ ਵਾਕਈ ਇਹ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਆ, ਇਹਨਾਂ ਦੀ ਲਗਜ਼ਰੀ ਇੰਨੀ ਆ, ਉਹ ਦੁਨੀਆ ਦੀ ਹਰ ਲਗਜ਼ਰੀ ਉੱਥੇ ਤੁਹਾਨੂੰ ਮਿਲਦੀ ਆ। ਅੱਧੀ ਬਾਂਹ ਦੇ ਕੱਪੜੇ ਪਾ ਕੇ, ਕੋਈ ਵੀ ਚਿੱਟੇ ਕੁੜਤੇ ਪਜਾਮੇ ਪਾ ਕੇ ਜਿਹੜੇ ਨੇ ਉਹ ਇੰਨੇ ਸੋਹਣੇ ਕਮਰਿਆਂ 'ਚ ਬੈਠੇ ਨੇ। ਹੁਣ ਦਿੱਲੀ ਦੇ ਵਿੱਚ ਭਰ ਸਰਦੀ ਆ, ਤੁਸੀਂ ਦੇਖ ਲਿਓ ਹੱਲੇ ਵੀ ਇਹਨਾਂ ਨੇ ਕੁੜਤੇ ਪਜਾਮੇ ਪਾਏ ਹੋਣੇ ਆ। ਤੇ ਪਰ ਜੇ ਉਹ ਸਰਦੀ ਆ ਤੇ ਉੱਥੇ ਗਰਮ ਕਮਰਿਆਂ 'ਚ ਬੈਠੇ ਨੇ, ਤੇ ਜੇ ਉੱਥੇ ਗਰਮੀ ਆ ਤਾਂ ਸਰਦ ਕਮਰਿਆਂ 'ਚ ਬੈਠੇ ਨੇ। ਸੋ ਉਹ ਕਹਿੰਦੇ ਜੀ ਸਾਡੇ ਵੱਲੋਂ ਭਲਾ ਦੁਨੀਆ ਜਿੱਥੇ ਜਾਂਦੀ ਜਾਵੇ, ਪਰ ਸਾਡੀ ਇਹ ਸਿੰਘਾਸਨ ਨਾ ਜਾਵੇ, ਇਦਾਂ ਦੀ ਕੁਝ ਫੀਲਿੰਗ ਆ। ਅੱਛਾ ਖੈਰ ਸਾਹਿਬ, ਇੱਕ ਹੋਰ ਕਾਫੀ ਮੈਂ ਕਹਿੰਦਾ ਜਿਹੜਾ ਪੰਜਾਬ ਕੀ ਜਿਹੜੀ ਪੂਰੀ ਪੰਜਾਬੀ ਕਮਿਊਨਿਟੀ ਵਿੱਚ ਕਾਫੀ ਜਿਹੜਾ ਮਸਲਾ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਕਾਫੀ ਸੈਲਬਸ ਜਿਹੜੇ ਨੇ ਪੰਜਾਬ ਦੇ ਹਨਾ ਬਾਲੀਵੁੱਡ ਦੇ, ਉਹਨਾਂ ਨੇ ਤੇ ਚਲੋ ਆਪਣਾ ਜਿਹੜਾ ਸਮਰਥਨ ਹੈ ਖੁੱਲ੍ਹ ਕੇ ਸ਼ੋਅ ਕੀਤਾ। ਗੁਰਦਾਸ ਮਾਨ ਤੇ ਕਾਫੀ ਸਵਾਲ ਚੁੱਕੇ ਜਾ ਰਹੇ ਸਨ ਕਿ ਹਾਂ ਵੀ ਉਹ ਨਹੀਂ ਸਾਹਮਣੇ ਆ ਰਹੇ, ਉਹ ਨਹੀਂ ਕੁਝ ਬੋਲ ਰਹੇ। ਹਾਲਾਂਕਿ ਉਹਨਾਂ ਨੇ ਪਿੱਛੇ ਜੀ ਇੱਕ ਪਹਿਲਾਂ ਟਵੀਟ ਕੀਤਾ, ਫਿਰ ਆਪਣੀ ਪੂਰੀ ਵੀਡੀਓ ਸ਼ੋਅ ਕੀਤੀ, ਪੂਰੀ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਹਾਂ ਵੀ ਮੈਂ ਸ਼ੁਰੂ ਤੋਂ ਹੀ ਪੰਜਾਬੀ ਜਿਹੜੀ ਮਾਂ ਬੋਲੀ ਉਸ ਦੀ ਸੇਵਾ ਕੀਤੀ ਹੈ, ਪੰਜਾਬੀ ਦੇ ਲਈ ਕਈ ਕਾਫੀ ਗਾਣੇ ਲਿਖੇ ਨੇ, ਐਂਡ ਆਪਣਾ ਪਿਆਰ ਦਰਦ ਸ਼ੋਅ ਕੀਤਾ ਜੀ। ਇਸ ਤੋਂ ਇਲਾਵਾ ਕੱਲ ਤੇ ਪਰਸੋਂ ਲਗਾਤਾਰ ਜਿਹੜਾ ਹੈ ਉਹ ਜਿਹੜੇ ਸਿੰਘੂ ਬਾਰਡਰ ਦੇ ਉੱਪਰ ਜਿਹੜਾ ਸਾਡਾ ਮੋਰਚਾ ਲੱਗਾ ਹੋਇਆ ਉੱਥੇ ਉਹ ਦਿਖੇ। ਈਵਨ ਇੱਕ ਨਿੱਜੀ ਜਿਹੜਾ ਟੀਵੀ ਚੈਨਲ ਸੀਗਾ ਉਹਨਾਂ ਨੂੰ ਬਾਈਟ ਦਿੰਦੇ ਹੋਏ ਉਹਨਾਂ ਦੇ ਅੱਖਾਂ 'ਚ ਹੰਝੂ ਵੀ ਆ ਗਏ ਕਿ ਹਾਂ ਵੀ ਜਿਹੜਾ ਮੇਰੇ ਨਾਲ ਵਿਤਕਰਾ ਕੀਤਾ ਜਾ ਰਿਹਾ, ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਸੋ ਉਹਨਾਂ ਨੇ ਆਪਣੀ ਪੂਰੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਦੇਖਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਭਾਈਚਾਰਾ ਉਸ ਨੂੰ ਕਿਸ ਤਰੀਕੇ ਨਾਲ ਲੈਂਦਾ ਹੈ। ਦੇਖੋ ਕੱਲ ਮੈਨੂੰ ਨਾ ਬਹੁਤ ਸੋਹਣੀ ਗੱਲ ਲੱਗੀ ਜਗਦੀਪ ਹੁਣਾਂ ਦੇ ਨਾਲ, ਜਿਹੜੇ ਫਿਲਮ ਡਾਇਰੈਕਟਰ ਨੇ, ਉਹਨਾਂ ਦੇ ਨਾਲ ਉਹਨਾਂ ਦੀ ਫੋਟੋ ਉਹਨਾਂ ਨੇ ਇੱਕ ਸਾਂਝੀ ਕੀਤੀ। ਉਹ ਕਹਿੰਦੇ ਜੀ ਜੇ ਭੁੱਲਿਆ ਜਿਹੜਾ ਹੈ ਰਾਤ ਦਾ ਜਿਹਨੇ ਜਿਹੜਾ ਉਹ ਘਰੇ ਵੜਿਆ ਵੇ ਤੇ ਉਹਨੂੰ ਅਸੀਂ ਭੁੱਲਿਆ ਨਹੀਂ ਕਹਿੰਦੇ। ਵੈਸੇ ਪੰਜਾਬੀਆਂ ਦੇ ਦਿਲ ਤਾਂ ਬਹੁਤ ਵੱਡੇ ਨੇ, ਚਾਹੇ ਗੁਰਦਾਸ ਮਾਨ ਹੁਣਾਂ ਨੇ ਆਪ ਸਭ ਨੂੰ ਪਤਾ ਸੀ ਕਿ ਉਹ ਪੋਲੀਟੀਕਲ ਮੋਟੀਵੇਟਡ ਸੀਗੇ ਜਾਂ ਨਹੀਂ ਸੀਗੇ, ਜਿਸ ਹਿਸਾਬ ਦੇ ਨਾਲ ਉਹਨਾਂ ਨੇ ਉਹ ਗੱਲ ਕਹੀ ਆ ਉਹ ਚੰਗੀ ਗੱਲ ਨਹੀਂ ਹੈਗੀ। ਪਰ ਚਲੋ ਹੁਣ ਜੇ ਉਹ ਆਪਣੇ ਭਾਈਆਂ ਦੇ ਨਾਲ ਆ ਗਏ ਨੇ, ਦੇਖੋ ਉਹਨਾਂ ਨੂੰ ਸਟੇਜ ਦੇ ਉੱਤੇ ਜਾਣ ਦਾ ਮੌਕਾ ਨਹੀਂ ਮਿਲਿਆ, ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਕਿਉਂ ਨਹੀਂ ਅਸੀਂ ਜਾਣ ਦਿੱਤਾ। ਦੂਸਰੀ ਗੱਲ ਉਹ ਉੱਥੇ ਬੈਠੇ ਨੇ, ਚਲੋ ਉਹਨਾਂ ਦਾ ਸਨਮਾਨ ਹੈ। ਹੁਣ ਇਹ ਹੈ ਕਿ ਚਲੋ ਉਹਨਾਂ ਦੇ ਭਰਾ, ਹੁਣ ਕਿਹੜਾ ਭਰਾ ਲੜਦਾ ਨਹੀਂ, ਕਿਹੜਾ ਭਰਾ ਗੁੱਸੇ ਨਹੀਂ ਹੁੰਦਾ ਇੱਕ ਦੂਸਰੇ ਦੇ ਨਾਲ। ਕਹਿੰਦੇ ਗੁੱਸੇ ਤਾਂ ਜਿਹੜੇ ਨੇ ਉਹ ਪਿਓ ਪੁੱਤ ਵੀ ਹੁੰਦੇ ਨੇ ਤੇ ਭੈਣ ਭਾਈ ਵੀ ਹੁੰਦੇ ਨੇ। ਸੋ ਕਿਤੇ ਨਾ ਕਿਤੇ ਪੰਜਾਬੀਆਂ ਦਾ ਦਿਲ ਵੱਡਾ ਆ। ਜੇ ਤਾਂ ਗੁਰਦਾਸ ਮਾਨ ਹੋਣੀ ਇਸੇ ਟੋਨ ਦੇ ਵਿੱਚ ਰਹੇ ਤਾਂ ਦਿਨ ਦੂਰ ਨਹੀਂ ਕਿ ਅਸੀਂ ਉਹਨਾਂ ਨੂੰ ਉਹ ਸਾਰੀਆਂ ਜਿਹੜੀਆਂ ਪਿਛਲੀਆਂ ਗਲਤੀਆਂ ਨੇ ਉਹਨਾਂ ਦੀਆਂ ਭੁੱਲਾਂਗੇ। ਪਰ ਜੇ ਤਾਂ ਫਿਰ ਦੇਖੋ ਨਾ ਇਹ ਸਮਾਂ ਬਹੁਤ ਬਲਵਾਨ ਹੈ, ਜਾਂ ਫਿਰ ਇਹ ਕਹਿ ਲਓ ਕਿ ਜੋ ਤੁਹਾਡੇ ਕੋਲੇ ਇੱਕ ਤੁਸੀਂ ਪੋਸਟ ਦੇ ਉੱਤੇ ਹੁੰਦੇ ਨਾ, ਤੁਹਾਡਾ ਚਿਹਰਾ ਜਿਹੜਾ ਹੈ ਉਹ ਜਲਦੀ ਸਾਂਭੜ ਹੀ ਨਹੀਂ ਆਉਂਦਾ। ਤੇ ਜੇ ਹੁਣ ਸਿਆਣੇ ਲੋਕ ਨੇ, ਜੇ ਤਾਂ ਉਹਨਾਂ ਦਾ ਚਿਹਰਾ ਇਹੀ ਰਿਹਾ ਜਿਹੜਾ 2 ਦਿਨ ਦੇਖਣ ਨੂੰ ਮਿਲਿਆ, ਤੇ ਫਿਰ ਤੇ ਜਿਹੜੀ ਐਸੋਸੀਏਸ਼ਨ ਨਾਰਮਲ ਹੋਊਗੀ, ਭਰਾਵਾਂ ਦੇ ਵਿੱਚ ਸੁਲ੍ਹਾ ਹੋ ਜੂਗੀ। ਤੇ ਜੇ ਨਹੀਂ ਤੇ ਫਿਰ ਉਹ ਅੱਗੇ ਵਾਲਾ ਹਾਲ ਹੀ ਆ। ਵਾਕਈ ਜੀ, ਕਿਉਂਕਿ ਉਹਨਾਂ ਨੇ ਕਾਫੀ ਲੰਬੇ ਸਮੇਂ ਮੈਂ ਕਹਿੰਦਾ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਉਸ ਦੀ ਸੇਵਾ ਕੀਤੀ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਚਮਕਾਇਆ ਹੈ ਨਾ। ਸੋ ਜੇ ਕੋਈ ਪੋਲੀਟੀਕਲ ਸੀਗਾ ਨਹੀਂ ਸੀਗਾ, ਜੋ ਵੀ ਉਹਨਾਂ ਨੇ ਆਪਣੇ ਵਾਰੋ-ਵਾਰ ਆਪਣੇ ਜਿਹੜੇ ਬਿਆਨ ਨੇ ਦੱਸ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਬਾਕੀ ਲੋਕ ਜਿਹੜੇ ਨੇ ਉਹ ਵੀ ਥੋੜੇ ਕਾਫੀ ਅਲੱਗ-ਅਲੱਗ ਜਿਹੜੇ ਮੈਂ ਕਹਿੰਦਾ ਕਿ ਸੋਚਣੀ ਦੇ ਹੁੰਦੇ ਨੇ, ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਹੁੰਦੇ ਨੇ। ਆਪ ਜੋ ਸੋਚ ਲਿਆ ਬਾਕੀ ਲੋਕਾਂ ਨੂੰ ਵੀ ਸੇਮ ਉਹ ਗੱਲਾਂ ਵੱਲ ਉਹ ਮਤਲਬ ਮੋਟੀਵੇਟ ਕਰਦੇ ਨੇ। ਸੋ ਉਮੀਦ ਇਹੀ ਕਰਦੇ ਹਾਂ ਕਿ ਚਾਹੇ ਪਾਸਟ ਜੋ ਮਰਜ਼ੀ ਰਿਹਾ ਹੋਵੇ, ਜੋ ਮੌਜੂਦਾ ਹਾਲਾਤ ਨੇ ਉਹਦੇ ਅੰਦਰ ਜੇ ਕੋਈ ਲੜਾਈ ਵਿੱਚ ਇੱਕ ਦੂਜੇ ਦਾ ਬਾਂਹ ਫੜ ਰਿਹਾ ਤਾਂ ਇੱਕ ਵਧੀਆ ਸਿੱਟਾ ਸਾਹਮਣੇ ਆਵੇ। ਤੁਸੀਂ ਔਖੇ ਸਮੇਂ ਦੇ ਵਿੱਚ ਹੀ ਪਰਖੇ ਜਾਂਦੇ ਆ, ਸੌਖੇ ਸਮੇਂ ਦੇ ਵਿੱਚ ਸਾਡੇ ਨਾਲ ਸਾਰਾ ਕੋਈ ਹੁੰਦਾ ਆ। ਪਰ ਚਲੋ ਗੁਰਦਾਸ ਮਾਨ ਹੁਣਾਂ ਦੀ ਜੇ ਆਪਾਂ ਗਲਤੀ ਕਹੀਏ ਜਾਂ ਗੱਲ ਕਹੀਏ, ਉਹ ਗੱਲ ਜਿਹੜੀ ਉਹ ਛੋਟੀ ਗੱਲ ਨਹੀਂ ਹੈਗੀ। ਤੁਸੀਂ ਸਾਰੀ ਉਮਰ ਜਿਹੜਾ ਹੈ ਇੱਕ ਮਾਂ ਬੋਲੀ ਨੂੰ ਜਿਹੜਾ ਹੈ ਅਪਣਾ ਕੇ ਮਾਂ ਬੋਲੀ ਨੇ ਤੁਹਾਨੂੰ ਕਿੱਥੇ ਪਹੁੰਚਾਇਆ। ਫਿਰ ਜੇ ਤੁਸੀਂ ਇੱਕ ਵੱਡੀ ਸਾਰੀ ਸਟੇਜ ਦੇ ਉੱਤੋਂ ਕੁਝ ਗਲਤ ਬਿਆਨ ਦਿੰਦੇ ਹੋ ਤੇ ਉਹ ਦੁੱਖਣਾ ਤਾਂ ਹੈ ਹੀ ਆ। ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਭੱਦੀ ਸ਼ਬਦਾਵਲੀ ਤੁਹਾਡੇ ਤੋਂ ਜਿਹੜੀ ਤਵੱਕੋ ਹੀ ਨਹੀਂ ਕੀਤੀ ਜਾ ਸਕਦੀ, ਤੁਸੀਂ ਉਹ ਬੋਲ ਰਹੇ ਹੋ, ਤੇ ਫਿਰ ਉਹ ਚੰਗੀ ਗੱਲ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਚਲੋ ਉਹ ਜਿਹੜੀਆਂ ਗੱਲਾਂ ਨੇ ਉਹ ਬੀਤੇ ਦੀਆਂ ਗੱਲਾਂ ਹੋ ਗਈਆਂ ਨੇ, ਗਲਤੀ ਹਰ ਕਿਸੇ ਤੋਂ ਹੁੰਦੀ ਆ। ਪਰ ਇਸ ਟਾਈਮ ਜਿਹੜੇ ਨੇ ਉਹ ਮਾਂ ਲਈ ਆ ਗਏ ਨੇ, ਦੁਬਾਰਾ ਆ ਗਏ ਨੇ। ਚਲੋ ਘਰ ਦੇ ਵਿੱਚ ਭੀੜ ਪਈ ਆ ਤੇ ਉੱਥੇ ਖੜੇ ਨੇ, ਤੇ ਚਲੋ ਫਿਰ ਇੱਕ ਚੰਗੀ ਗੱਲ ਆ, ਉਹ ਆਪਾਂ ਪਹਿਲਾਂ ਵੀ ਕਰ ਚੁੱਕੇ ਆ। ਇਹ ਪੰਜਾਬੀਆਂ ਦੇ ਦਿਲ ਵੱਡੇ ਨੇ। ਸੋ ਇਹੀ ਉਮੀਦ ਕਰਦੇ ਹਾਂ ਕਿ ਹਾਂ ਵੀ ਜਿਹੜਾ ਵੀ ਇਸ ਟਾਈਮ ਸਾਡੇ ਨਾਲ ਆ ਕੇ ਖੜਦਾ ਹੈ ਉਸ ਨੂੰ ਪੂਰਾ ਬਾਹਾਂ ਖੋਲ ਕੇ ਸਵਾਗਤ ਹੈ ਜਿਹੜਾ ਕੀਤਾ ਜਾਵੇ। ਸੋ ਫਿਲਹਾਲ ਤੁਸੀਂ ਸਵਾਗਤ ਕਰਨਾ ਸਾਡੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਐਂਡ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ
ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP, EPN enrollment, BIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, tax exemption ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386 530-908-9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020 530-405-6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਸੋ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਸੋ ਪੰਜਾਬੀਆਂ ਦੇ ਲਈ ਖੈਰ ਸਾਹਿਬ ਇੱਕ ਹੋਰ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਕੈਨੇਡਾ ਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਹੈ, ਜਿਹਨੂੰ ਅਸੀਂ BC ਬੋਲਦੇ ਹਾਂ, ਉੱਥੋਂ ਦੇ ਜਿਹੜੇ ਉੱਥੋਂ ਦਾ ਸਦਨ ਹੈ, ਉਹਨਾਂ ਦੇ ਜਿਹੜੇ ਸਪੀਕਰ ਨੇ ਉਹ ਰਾਜ ਚੌਹਾਨ ਚੁਣੇ ਗਏ ਨੇ। ਰਾਜ ਚੌਹਾਨ ਜਿਵੇਂ ਕਿ ਸਭ ਨੂੰ ਨਾਮ ਤੋਂ ਕਲੀਅਰ ਹੋ ਜਾਂਦਾ ਕਿ ਹਾਂ ਵੀ ਇੱਕ ਪੰਜਾਬੀ ਨਾਮ ਹੈ, ਹੈ ਨਾ, ਇੱਕ ਭਾਰਤੀ ਨਾਮ ਹੈ। ਸੋ 5 ਵਾਰ ਜਿਹੜੇ ਨੇ ਉੱਥੋਂ ਦੇ MLA ਚੁਣੇ ਗਏ ਨੇ ਐਂਡ ਉਹ ਉਹਨਾਂ ਦਾ ਸਪੀਕਰ ਬਣਨਾ, ਮੈਂ ਕਹਿੰਦਾ ਇੱਕ ਇਤਿਹਾਸ 'ਚ ਪਹਿਲੀ ਵਾਰੀ ਲਿਖਿਆ ਜਾਵੇਗਾ ਕਿ ਹਾਂ ਵੀ ਪੰਜਾਬੀ ਮੂਲ ਦਾ, ਭਾਰਤੀ ਮੂਲ ਦਾ ਕੋਈ ਵਿਅਕਤੀ ਉੱਠ ਕੇ ਉੱਥੇ ਜਾ ਕੇ ਚੋਣਾਂ ਲੜਦਾ ਹੈ, MLA ਬਣਦਾ ਐਂਡ ਫਾਈਨਲੀ ਉੱਥੇ ਦਾ ਸਪੀਕਰ ਬਣਦਾ। ਸੋ ਆਪਣੇ ਅੱਜ ਬਹੁਤ ਵੱਡੀ ਗੱਲ ਹੈ ਖੈਰਾ ਸਾਹਿਬ। ਦੇਖੋ, ਜਦੋਂ ਵੀ ਕੋਈ ਭਾਰਤੀ ਮੂਲ ਦਾ ਵਿਅਕਤੀ ਹੈ ਜਾਂ ਫਿਰ ਉਹ ਚਾਹੇ ਹੁਣ ਉਹ ਆਪਾਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਚਾਹੇ ਉਹ ਸਾਡੇ ਲਈ ਕੁਝ ਕਰੇ ਚਾਹੇ ਨਾ ਕਰੇ, ਇੱਕ ਤਰੀਕੇ ਨਾਲ ਸਾਨੂੰ ਜਿਹੜੀ ਆ ਮਾਣ ਵਾਲੀ ਗੱਲ ਹੁੰਦੀ ਹੈ। ਸੋ ਕੈਨੇਡੀਅਨ ਜਿਹੜਾ ਚੈਨਲ ਹੈ, ਜਿਹੜਾ ਉਹਨਾਂ ਦਾ ਆਪਾਂ ਕਹਿ ਲਈਏ ਕਿ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ, ਉਹਨਾਂ ਨੇ ਟਵੀਟ ਵੀ ਕੀਤਾ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀਆਂ ਨਿਊਜ਼ ਵੀ ਚਲਾਈਆਂ। ਸੋ ਇੱਕ ਪੰਜਾਬੀ ਭਾਈਚਾਰੇ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਫੈਲ ਗਈ ਕਿ ਜਿਹੜੇ ਨੇ ਇਹ ਚੌਹਾਨ ਸਾਹਿਬ ਨੇ ਜਿਹੜੇ ਉਹ ਸਪੀਕਰ ਬਣ ਜਾ ਰਹੇ ਨੇ। ਸੋ ਦੇਖੋ, ਪ੍ਰਾਪਤੀਆਂ ਜਿਹੜੀਆਂ ਨੇ ਉਹ ਹਮੇਸ਼ਾ ਜਿਹੜੀਆਂ ਨੇ ਉਹ ਚੰਗੀਆਂ ਲੱਗਦੀਆਂ ਨੇ। ਇੱਕ ਮਾਂ ਨੂੰ ਕਹਿੰਦੇ ਨੇ ਹੁੰਦੇ ਨੇ ਕਿ ਬੱਚਾ ਚਾਹੇ ਮਾਂ ਨੂੰ ਪੁੱਛੇ ਨਾ ਪੁੱਛੇ, ਤੇ ਉਹ ਮਾਂ ਨੂੰ ਜਿਹੜੀ ਬੱਚੇ ਦੀ ਇੱਕ ਪ੍ਰਾਪਤੀ ਹੈ ਉਹ ਬਹੁਤ ਚੰਗੀ ਲੱਗਦੀ ਹੈ। ਸੋ ਇਦਾਂ ਹੀ ਪੰਜਾਬ ਜਿਹੜਾ ਹੈ ਉਹਦੇ ਨਾਲ ਧੁਰਾ ਤਾਂ ਜੁੜਿਆ ਹੀ ਹੁੰਦਾ ਹੈ ਨਾ, ਖੂਨ ਜਿਹੜਾ ਉਹ ਖਿੱਚ ਤਾਂ ਪਾਉਂਦਾ ਹੀ ਹੈ। ਸੋ ਫਿਰ ਉਹ ਤਰੀਕੇ ਦੇ ਨਾਲ ਜਿਵੇਂ ਕਹ ਲਈ ਇੰਡੀਅਨ ਓਰੀਜਨ ਹੈ ਇਹਨਾਂ ਦਾ, ਸੋ ਉਹ ਇੰਡੀਆ ਜਿਹੜਾ ਹੈ ਉਹ ਇਸ ਲਈ ਮਾਣ ਵਾਲੀ ਗੱਲ ਹੈ ਜੀ। ਸੋ ਰਾਜ ਚੌਹਾਨ ਜੋ ਕਿ 1973 ਵਿੱਚ ਪੰਜਾਬ ਤੋਂ ਕੈਨੇਡਾ ਮੂਵ ਹੋਏ ਸਨ ਐਂਡ ਲਗਾਤਾਰ ਉੱਥੇ ਰਹਿ ਰਹੇ ਨੇ, ਲਗਾਤਾਰ ਉੱਥੋਂ ਦੀ ਜਿਹੜੀ ਪੂਰਾ ਜਿਹੜਾ ਅਸੈਂਬਲੀ ਹੈ ਜਾਂ ਫਿਰ ਉੱਥੇ ਜਿਹੜੀ ਪੋਲੀਟੀਕਲ ਹੈ ਨਾ ਸਿਸਟਮ ਹੈ ਉਹਦਾ ਹਿੱਸਾ ਬਣ ਚੁੱਕੇ ਸੀਗੇ ਐਂਡ ਤਾਂ ਹੀ 5 ਵਾਰ MLA ਚੁਣੇ ਗਏ, ਫਾਈਨਲੀ ਉੱਥੋਂ ਦਾ ਸਪੀਕਰ ਬਣੇ। ਸੋ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ, ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਨੂੰ ਅਜਿਹਾ ਮੌਕਾ ਮਿਲਿਆ ਐਂਡ ਜਿਹੜੀ ਡਿਊਟੀ ਮੈਨੂੰ ਦਿੱਤੀ ਜਾਵੇਗੀ ਮੈਂ ਉਹਦੇ 'ਤੇ ਵਧੀਆ ਆਪਣਾ ਜਿਹੜਾ ਕੰਮਕਾਜ ਹੈ ਉਹ ਨਿਭਾਵਾਂਗਾ, ਮੈਨੂੰ ਇਹੀ ਉਮੀਦ ਹੈ। ਸੋ ਸਾਨੂੰ ਵੀ ਇਹੀ ਉਮੀਦ ਹੈ ਕਿ ਹਾਂ ਵੀ ਜੇਕਰ ਇੰਨਾ ਵੱਡਾ ਅਹੁਦਾ ਮਿਲਿਆ ਤੇ ਵਧੀਆ ਜਿਹੜੇ ਕੰਮ ਨੇ ਸਾਹਮਣੇ ਆਣਗੇ ਨੇ ਪੰਜਾਬੀ ਔਰ ਸ਼ਾਇਦ ਥੋੜੀ ਜਿਹੀ ਹੋਰ ਫੇਵਰ ਉੱਥੇ ਜਿਹੜੀ ਹੈ ਉਹ ਉਹਨਾਂ ਨੂੰ ਮਿਲੇਗੀ। ਮੈਂ ਉਹ ਪਹਿਲਾਂ ਕਲੀਅਰ ਕਰ ਦਿੱਤਾ ਕਿ ਦੇਖੋ, ਇਹ ਜਿਹੜੇ ਇੱਕ ਚੰਗੇ ਨਾਗਰਿਕ ਨੇ, ਚੰਗੇ ਨਾਗਰਿਕ ਦਾ ਮਤਲਬ ਜਿਹੜੇ ਤੁਸੀਂ, ਉਹਨਾਂ ਨੇ ਇੱਕ ਟਵੀਟ ਵੀ ਕਰਕੇ ਕਿਹਾ ਸੀਗਾ ਕਿ ਮੈਂ ਬਹੁਤ ਪ੍ਰਾਊਡ ਫੀਲ ਕਰ ਰਿਹਾ ਹਾਂ, ਮੈਂ ਇੰਡੋ ਕੈਨੇਡੀਅਨ ਜਿਹੜਾ ਹੈ ਉਹ ਮੂਲ ਦਾ ਵਿਅਕਤੀ ਹਾਂ, ਪਰ ਜਿਹੜਾ ਹੁਣ ਮੈਨੂੰ ਰੋਲ ਦਿੱਤਾ ਹੈ ਮੈਂ ਉਹਨੂੰ ਜਿਹੜਾ ਹੈ ਨਿਸ਼ਠਾ ਨਾਲ ਨਿਭਾਏਗਾ। ਸੋ ਅਸੀਂ ਆਸ ਕਰਦੇ ਹਾਂ ਕਿ ਉਹ ਨਿਸ਼ਠਾ ਦੇ ਨਾਲ ਹੀ ਨਿਭਾਏ, ਸਾਡੇ ਪੋਲੀਟੀਸ਼ੀਅਨਾਂ ਵਾਂਗੂ ਜਿਹੜੇ ਨੇ ਉਹ ਸਹੁੰ ਚੁੱਕ ਕੇ ਭੁੱਲ ਨਾ ਜਾਣ। ਸੋ ਇਹ ਬਹੁਤ ਜ਼ਰੂਰੀ ਗੱਲ ਹੈ ਜੀ। ਸੋ ਇਹ ਸਨ ਅੱਜ ਦੀਆਂ ਖਾਸ ਖਬਰਾਂ ਜਿਹਨਾਂ ਉੱਪਰ ਅਸੀਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਐਂਡ ਅਸੀਂ ਉਮੀਦ ਕਰਦੇ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਡੇ YouTube ਚੈਨਲ ਪੰਜਾਬ ਮੇਲ USA TV ਦੇ ਉੱਪਰ ਜਾ ਕੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਆਪਣੇ ਸੁਝਾਅ ਵੀ ਸਾਨੂੰ ਦੇ ਸਕਦੇ ਹੋ। ਸੋ ਇਸ ਤੋਂ ਇਲਾਵਾ ਹੋਰ ਪ੍ਰੋਗਰਾਮਸ ਲਈ ਜਾਂ ਹੋਰ ਗੱਲਬਾਤ ਲਈ ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।